ਸਤਿ ਸ਼੍ਰੀ ਅਕਾਲ ਬੱਚਿਓ ਜਿਵੇਂ ਕਿ ਤੁਹਾਨੂੰ ਦੱਸਿਆ ਗਿਆ ਹੈ ਕਿ ਜੂਨ ਵਿੱਚ ਤੁਹਾਡੇ ਆਨਲਾਈਨ ਪੇਪਰ ਹੋਣੇ ਹਨ। ਸੋ ਉਹਨਾਂ ਪੇਪਰਾਂ ਲਈ ਹੀ ਤੁਹਾਡਾ ਜਿੰਨਾ ਵੀ ਸਿਲੇਬਸ ਹੁਣ ਤੱਕ ਹੋ ਚੁੱਕਿਆ ਹੈ ਉਸ ਦੀ ਦੁਹਰਾਈ ਸ਼ੁਰੂ ਕੀਤੀ ਗਈ ਹੈ। ਸੋ ਬੱਚਿਓ, ਜਿਵੇਂ ਕਿ ਤੁਹਾਨੂੰ ਪਹਿਲਾਂ ਗ੍ਰਾਮਰ ਦੇ ਟੌਪਿਕ ਵਿੱਚ ਦੱਸਿਆ ਗਿਆ ਹੈ ਕਿ ਤੁਸੀਂ ਲਗਾ ਮਾਤਰਾ, ਵਰਣ ਭਾਵ 35 ਅੱਖਰੀ, ਲਗਾਖਰ ਇਹ ਸਭ ਕੁਝ ਆਰਡਰ ਦੇ ਵਿੱਚ ਯਾਦ ਕਰਨੇ ਹਨ, ਕਿਉਂਕਿ ਤੁਹਾਨੂੰ ਇਸ ਨਾਲ ਸੰਬੰਧਿਤ ਗ੍ਰਾਮਰ ਦਾ ਇੱਕ ਟੌਪਿਕ ਹੈ ਜਿਸ ਟੌਪਿਕ ਵਿੱਚ ਇੱਕ ਐਕਸਰਸਾਈਜ਼ ਦੇ ਵਿੱਚ ਕੁਝ ਸ਼ਬਦ ਦਿੱਤੇ ਹੁੰਦੇ ਹਨ ਜਿਨ੍ਹਾਂ ਨੂੰ ਤੁਸੀਂ ਸ਼ਬਦਕੋਸ਼ ਦੇ ਆਰਡਰ ਦੇ ਅਨੁਸਾਰ ਲਗਾਉਣਾ ਹੈ। ਭਾਵ ਜੇਕਰ ਤੁਸੀਂ ਪੰਜਾਬੀ ਦੇ ਉਹ ਵਰਡਸ ਡਿਕਸ਼ਨਰੀ ਵਿੱਚ ਲੱਭਣੇ ਹੋਣਗੇ ਤਾਂ ਤੁਹਾਨੂੰ ਕਿਸ ਆਰਡਰ ਵਿੱਚ ਉਹ ਸ਼ਬਦ ਮਿਲਣਗੇ, ਭਾਵ ਕਿਹੜਾ ਸ਼ਬਦ ਪਹਿਲੇ ਨੰਬਰ 'ਤੇ ਲੱਭੂਗਾ, ਕਿਹੜਾ ਦੂਜੇ ਨੰਬਰ 'ਤੇ, ਕਿਹੜਾ ਉਸ ਤੋਂ ਅੱਗੇ ਲੱਭੂਗਾ। ਸੋ ਇਸ ਤਰ੍ਹਾਂ ਇਹ ਵਾਲਾ ਟੌਪਿਕ ਜੋ ਹੈ ਇਹ ਤੁਹਾਡਾ ਸ਼ਬਦਕੋਸ਼ ਅਨੁਸਾਰ ਸ਼ਬਦਾਂ ਨੂੰ ਤਰਤੀਬ ਵਿੱਚ ਲਗਾਉਣਾ ਹੈ, ਜਿਹਦੇ ਵਿੱਚ ਇੱਕ ਐਕਸਰਸਾਈਜ਼ ਦੇ ਵਿੱਚ ਤੁਹਾਨੂੰ ਵਰਡਸ ਦਿੱਤੇ ਹੁੰਦੇ ਹਨ, ਕੁਝ ਸ਼ਬਦ ਉਹਨਾਂ ਨੂੰ ਆਰਡਰ ਦੇ ਵਿੱਚ ਲਗਾਉਣਾ ਹੈ। ਸੋ ਬੱਚਿਓ, ਤੁਹਾਨੂੰ ਜੋ ਕੁਐਸਚਨ ਹੈ ਆਪਸ਼ਨਸ ਵਾਲਾ ਆਨਲਾਈਨ ਕੁਐਸਚਨ, ਉਸ ਦੇ ਵਿੱਚ ਕੁਝ ਸ਼ਬਦ ਦਿੱਤੇ ਹੋਣਗੇ, ਉਹਨਾਂ ਵਿੱਚੋਂ ਦੱਸਣਾ ਹੈ ਕਿ ਇਹਨਾਂ ਵਿੱਚੋਂ ਕਿਹੜਾ ਸ਼ਬਦ ਪਹਿਲੇ ਨੰਬਰ 'ਤੇ ਆ ਸਕਦਾ ਹੈ, ਕਿਹੜਾ ਦੂਜੇ 'ਤੇ। ਭਾਵ ਤੁਹਾਨੂੰ ਇਸ ਵਿੱਚ ਵੀ ਇਹ ਜੋ ਐਕਸਰਸਾਈਜ਼ ਵਾਲਾ ਟੌਪਿਕ ਹੈ, ਜੋ ਗ੍ਰਾਮਰ ਦਾ ਟੌਪਿਕ ਹੈ, ਉਹ ਸੋਲਵ ਕਰਨਾ ਆਉਣਾ ਚਾਹੀਦਾ ਹੈ, ਉਸ ਲਈ ਵੀ ਆਉਣਾ ਚਾਹੀਦਾ ਹੈ। ਸੋ ਤੁਹਾਨੂੰ ਇਸ ਦੇ ਰੂਲਸ ਵੀ ਪਹਿਲਾਂ ਹੀ ਦੱਸੇ ਗਏ ਹਨ ਕਿ ਤੁਹਾਨੂੰ ਇਸ ਲਈ 35 ਅੱਖਰੀ ਆਉਂਦੀ ਹੋਣੀ ਚਾਹੀਦੀ ਹੈ, ਆਰਡਰ ਦੇ ਵਿੱਚ ਅੱਖਰ ਪਤਾ ਹੋਣੇ ਚਾਹੀਦੇ ਹਨ। ਸੋ ਬੱਚਿਓ, ਜਦੋਂ ਅਸੀਂ ਸ਼ਬਦਾਂ ਨੂੰ ਆਰਡਰ ਦੇ ਵਿੱਚ ਲਗਾਉਣਾ ਹੈ, ਸ਼ਬਦ ਸਮੂਹ ਦੇ ਵਿੱਚ, ਤਾਂ ਸਭ ਤੋਂ ਪਹਿਲਾਂ ਅਸੀਂ ਅੱਖਰਾਂ ਦੇ ਅਨੁਸਾਰ ਆਰਡਰ ਚੁੱਕਣਾ ਹੈ ਕਿ ਕਿਹੜਾ ਜੋ ਇੱਕ ਪਰਟੀਕੂਲਰ ਸ਼ਬਦ ਹੈ ਉਹ ਕਿਹੜੇ ਅੱਖਰ ਨਾਲ ਸ਼ੁਰੂ ਹੋ ਰਿਹਾ ਹੈ, ਅਤੇ ਇਹਨਾਂ ਦੇ ਵਿੱਚੋਂ 35 ਅੱਖਰੀ ਦੇ ਵਿੱਚੋਂ ਸਭ ਤੋਂ ਪਹਿਲਾਂ ਅੱਖਰ ਕਿਹੜਾ ਆਉਂਦਾ ਹੈ। ਭਾਵ ਸਭ ਤੋਂ ਪਹਿਲਾਂ ਊੜਾ ਆਉਂਦਾ ਹੈ, ਫਿਰ ਊੜੇ ਵਾਲੇ ਸ਼ਬਦ ਪਹਿਲਾਂ ਆਉਣਗੇ ਐਕਸਰਸਾਈਜ਼ 'ਚ ਜੋ ਤੁਹਾਡੇ ਕੋਲ ਸ਼ਬਦ ਦਿੱਤੇ ਗਏ ਹਨ। ਫਿਰ ਉਸ ਤੋਂ ਬਾਅਦ ਜੇ ਊੜੇ ਨਾਲ ਰਿਲੇਟਡ ਕੋਈ ਸ਼ਬਦ ਨਹੀਂ ਤਾਂ ਐੜੇ ਵਾਲਾ ਹੈ ਕੋਈ, ਤਾਂ ਉਹ ਪਹਿਲਾਂ ਆ ਜਾਏਗਾ। ਸੋ ਇਸ ਤਰ੍ਹਾਂ ਆਰਡਰ ਦੇ ਵਿੱਚ ਹੀ ਤੁਸੀਂ ਸ਼ਬਦ ਚੱਕਣੇ ਹਨ। ਜਿਹੜਾ ਸ਼ਬਦ ਸਭ ਤੋਂ ਪਹਿਲੇ ਅੱਖਰ ਨਾਲ ਸ਼ੁਰੂ ਹੋ ਰਿਹਾ ਹੈ ਉਹ ਪਹਿਲਾਂ ਲੈਣਾ ਹੈ, ਅਤੇ ਉਸ ਤੋਂ ਬਾਅਦ ਵਾਲਿਆਂ ਨੂੰ ਉਸੇ ਤਰ੍ਹਾਂ ਆਰਡਰ ਦੇ ਵਿੱਚ ਲਗਾਉਣਾ ਹੈ। ਭਾਵ ਸਭ ਤੋਂ ਪਹਿਲਾਂ ਅੱਖਰਾਂ ਦੇ ਅਨੁਸਾਰ ਆਰਡਰ ਦੇ ਵਿੱਚ ਲਗਾਉਣਾ ਹੈ। ਉਸ ਤੋਂ ਬਾਅਦ ਤੁਸੀਂ ਲਗਾ ਮਾਤਰਾ ਵਾਲੇ ਸ਼ਬਦ ਚੱਕਣੇ ਹਨ। ਭਾਵ ਲਗਾ ਮਾਤਰਾ ਦਾ ਆਰਡਰ ਦੂਜੇ ਨੰਬਰ 'ਤੇ ਚੱਕਣਾ ਹੈ, ਫਿਰ ਤੀਜੇ ਨੰਬਰ 'ਤੇ ਲਗਾਖਰ ਕੰਸੀਡਰ ਕਰਨੇ ਹਨ। ਭਾਵ ਕੋਈ ਇੱਕ ਸ਼ਬਦ ਹੈ ਜੋ, ਭਾਵ ਜਿਵੇਂ ਆਪਾਂ ਹੁਣ ਫੋਰ ਐਗਜ਼ਾਮਪਲ ਐਕਸਰਸਾਈਜ਼ ਜਿਹੜੀਆਂ ਨੇ ਉਹ ਤੁਹਾਨੂੰ 2-3 ਵਰਡ ਸੋਲਵ ਕਰਕੇ ਦੱਸਦੇ ਹਾਂ। ਭਾਵ ਤੁਹਾਡੇ ਕੋਲ ਆਹ 3 ਸ਼ਬਦ ਹਨ, ਕਿਰਨ, ਕੰਨੜ, ਕਣਕ। ਤੁਸੀਂ ਇਹਨਾਂ ਨੂੰ ਆਰਡਰ ਦੇ ਵਿੱਚ ਲਗਾਉਣਾ ਹੈ। ਤਾਂ ਸਭ ਤੋਂ ਪਹਿਲਾਂ ਜਿਵੇਂ ਮੈਂ ਦੱਸਿਆ ਗਿਆ, ਨੰਬਰ 1 'ਤੇ ਤੁਸੀਂ ਅੱਖਰ ਦੇਖਣੇ ਹਨ 35 ਅੱਖਰੀ ਦੇ ਅਨੁਸਾਰ। ਸੋ ਇਹਦੇ ਵਿੱਚ ਇੱਕੋ ਹੀ ਅੱਖਰ ਨਾਲ ਸ਼ੁਰੂ ਹੋਣ ਵਾਲੇ ਸ਼ਬਦ ਹਨ, ਕੱਕੇ ਨਾਲ ਸ਼ੁਰੂ ਹੋਣ ਵਾਲੇ ਸ਼ਬਦ ਹਨ। ਸੋ ਇਹਦੇ ਵਿੱਚ ਉਹ ਜਿਹੜਾ ਪਹਿਲਾ ਪੁਆਇੰਟ ਹੈ 35 ਅੱਖਰੀ ਵਾਲਾ, ਉਹ ਲਾਗੂ ਨਹੀਂ ਹੋਵੇਗਾ, ਕਿਉਂਕਿ ਪਹਿਲਾਂ ਹੀ ਜਿਹੜੇ ਤਿੰਨੇ ਸ਼ਬਦ ਪਹਿਲੇ ਇੱਕ ਅੱਖਰ ਨਾਲ ਹੀ ਸ਼ੁਰੂ ਹੁੰਦੇ ਹਨ, ਪਹਿਲਾ ਅੱਖਰ ਸਾਰਿਆਂ ਦੇ ਵਿੱਚ ਸੇਮ ਹੈ। ਸੋ ਦੂਜਾ ਪੁਆਇੰਟ ਜੋ ਹੈ ਕਿ ਤੁਸੀਂ ਦੂਜੇ ਨੰਬਰ 'ਤੇ ਲਗਾ ਮਾਤਰਾ ਦੇਖਣੀਆਂ ਹਨ। ਤਾਂ ਹੁਣ ਇਹ ਦੂਜੇ ਨੰਬਰ 'ਤੇ ਜੋ ਪੁਆਇੰਟ ਦਿੱਤਾ ਗਿਆ ਹੈ ਲਗਾ ਮਾਤਰਾ, ਉਸ ਦੇ ਨਾਲ ਇਹ ਹੱਲ ਹੋਵੇਗਾ, ਅਤੇ ਤੀਜੇ ਨੰਬਰ 'ਤੇ ਜੋ ਲਗਾਖਰ ਹਨ ਉਹ ਵੀ ਇਸ ਦੇ ਵਿੱਚ ਰੂਲ ਲੱਗੇਗਾ। ਸੋ ਲਗਾ ਮਾਤਰਾ ਦੇ ਵਿੱਚ ਸਭ ਤੋਂ ਪਹਿਲੀ ਲਗਾ ਆਉਂਦੀ ਹੈ ਮੁਕਤਾ। ਭਾਵ ਜੋ ਸਟਾਰਟਿੰਗ ਵਾਲਾ ਅੱਖਰ ਹੈ ਉਹ ਜਿੱਥੇ ਮੁਕਤਾ ਹੈ ਉਹ ਵਾਲਾ ਸ਼ਬਦ ਪਹਿਲਾਂ ਆਵੇਗਾ। ਹੁਣ ਪਹਿਲਾ ਜੋ ਕਿਰਨ ਸ਼ਬਦ ਹੈ ਉਸ ਵਿੱਚ ਕੱਕੇ ਨੂੰ ਕਿਹੜੀ ਮਾਤਰਾ ਲੱਗੀ ਹੈ, ਸਿਆਰੀ ਦੀ। ਦੂਜਾ ਜੋ ਸ਼ਬਦ ਹੈ ਕੰਨੜ, ਇਸ ਵਿੱਚ ਕੱਕੇ ਨੂੰ ਕਿਹੜੀ ਮਾਤਰਾ ਲੱਗੀ ਹੈ, ਇਸ ਨੂੰ ਕੱਕੇ ਨੂੰ ਲਗਾ ਮਾਤਰਾ ਨਹੀਂ ਲੱਗੀ, ਇਸ ਨੂੰ ਲਗਾਖਰ ਲੱਗਿਆ ਹੈ, ਟਿੱਪੀ। ਸੋ ਤੀਜਾ ਜੋ ਅੱਖਰ ਹੈ ਕਣਕ, ਇਸ ਵਿੱਚ ਕੱਕੇ ਨੂੰ ਕਿਹੜੀ ਮਾਤਰਾ ਲੱਗੀ ਹੈ, ਕੋਈ ਵੀ ਨਹੀਂ, ਪਹਿਲੇ ਅੱਖਰ ਕੱਕਾ ਲਾਸਟ 'ਤੇ ਵੀ ਆਉਂਦਾ ਹੈ, ਪਰ ਆਪਾਂ ਇੱਥੇ ਗੱਲ ਕਰ ਰਹੇ ਹਾਂ ਜਿਹੜੇ ਪਹਿਲੇ ਅੱਖਰ ਨਾਲ ਸ਼ਬਦ ਸ਼ੁਰੂ ਹੁੰਦਾ ਹੈ। ਸੋ ਬੱਚਿਓ, ਇਸ ਵਿੱਚ ਕਣਕ ਸ਼ਬਦ ਵਿੱਚ ਜਿਹੜਾ ਹੈ ਉਹ ਸਭ ਤੋਂ ਪਹਿਲੇ ਨੰਬਰ 'ਤੇ ਆਵੇਗਾ, ਕਿਉਂਕਿ ਕਣਕ ਸ਼ਬਦ ਵਿੱਚ ਜਿਹੜਾ ਕੱਕੇ ਨਾਲ ਅੱਖਰ ਸ਼ੁਰੂ ਹੋ ਰਿਹਾ ਹੈ, ਜਿਹੜੇ ਕੱਕੇ ਅੱਖਰ ਨਾਲ ਸ਼ਬਦ ਸ਼ੁਰੂ ਹੋ ਰਿਹਾ ਹੈ ਉਸ ਨੂੰ ਕੋਈ ਵੀ ਲਗ ਨਹੀਂ ਲੱਗਦੀ, ਕੋਈ ਵੀ ਮਾਤਰਾ ਨਹੀਂ ਲੱਗੀ ਹੋਈ, ਮੁਕਤਾ ਹੈ। ਸੋ ਪਹਿਲੇ ਨੰਬਰ 'ਤੇ ਕਣਕ ਸ਼ਬਦ ਆਵੇਗਾ। ਦੂਜੇ ਨੰਬਰ 'ਤੇ ਮੁਕਤੇ ਤੋਂ ਬਾਅਦ ਕੰਨੇ ਵਾਲੀ ਮਾਤਰਾ ਆਉਂਦੀ ਹੈ। ਇੱਥੇ ਕੱਕੇ ਵਾਲਾ ਕੋਈ ਵੀ ਸ਼ਬਦ ਅਜਿਹਾ ਨਹੀਂ ਸ਼ੁਰੂ ਹੋਣ ਵਾਲਾ ਕੱਕੇ ਨਾਲ ਕਿ ਜਿਸ ਵਿੱਚ ਕੱਕੇ ਨੂੰ ਮਾਤਰਾ ਲੱਗੀ ਹੋਵੇ ਕੰਨੇ ਦੀ। ਸੋ ਉਸ ਤੋਂ ਬਾਅਦ ਆਉਂਦੀ ਹੈ ਸਿਆਰੀ, ਤਾਂ ਇਸ ਵਿੱਚ ਕੱਕੇ ਨੂੰ ਕਿਰਨ ਨੂੰ ਸਿਆਰੀ ਲੱਗੀ ਹੋਈ ਹੈ।
ਤੀਜਾ ਜੋ ਸ਼ਬਦ ਆਪਣੇ ਕੋਲ ਕੰਨੜ ਦਿੱਤਾ ਗਿਆ ਹੈ ਉਸ ਵਿੱਚ ਕੱਕੇ 'ਤੇ ਲਗਾ ਮਾਤਰਾ ਨਹੀਂ ਲੱਗੀ। 10ਵੀਂ ਲਗਾ ਮਾਤਰਾ ਜਿਹੜੀਆਂ 10 ਲਗਾ ਮਾਤਰਾ ਹਨ ਉਹਨਾਂ ਵਿੱਚੋਂ ਕੋਈ ਵੀ ਮਾਤਰਾ ਨਹੀਂ ਲੱਗੀ, ਸਗੋਂ ਕੱਕੇ 'ਤੇ ਲਗਾਖਰ ਵਰਤਿਆ ਗਿਆ ਹੈ, ਟਿੱਪੀ। ਸੋ ਇਹ ਸ਼ਬਦ ਤੀਜੇ ਨੰਬਰ 'ਤੇ ਆਵੇਗਾ, ਕੰਨੜ ਸ਼ਬਦ। ਸੋ ਇਸ ਤਰ੍ਹਾਂ ਇਹਨਾਂ ਦਾ ਆਰਡਰ ਹੋਵੇਗਾ, ਸਭ ਤੋਂ ਪਹਿਲਾਂ ਕਣਕ, ਫਿਰ ਕਿਰਨ, ਫਿਰ ਕੰਨੜ। ਠੀਕ ਹੈ ਬੱਚਿਓ, ਇਸ ਤਰ੍ਹਾਂ ਤੁਹਾਨੂੰ ਸੋਲਵ ਕਰਨਾ ਆ ਸਕਦਾ ਹੈ ਕਿ ਪਹਿਲੇ ਨੰਬਰ 'ਤੇ ਹੇਠਲਿਖਾਂ 'ਚੋਂ ਕਿਹੜਾ ਸ਼ਬਦ ਆਵੇਗਾ, ਦੂਜੇ 'ਤੇ ਕਿਹੜਾ ਆਵੇਗਾ ਜਾਂ ਤੀਜੇ 'ਤੇ ਕਿਹੜਾ ਤੁਹਾਨੂੰ ਪੁੱਛਿਆ ਜਾਵੇਗਾ। ਸੋ ਇਸੇ ਤਰ੍ਹਾਂ ਇੱਕ ਹੋਰ ਐਗਜ਼ਾਮਪਲ ਲੈਂਦੇ ਹਾਂ। ਇਹ 3 ਸ਼ਬਦ ਅਲੱਗ-ਅਲੱਗ ਅੱਖਰਾਂ ਨਾਲ ਸ਼ੁਰੂ ਹੋਣ ਵਾਲੇ ਹਨ, ਰਾਜ ਮਹਿਲ, ਬਾਜੀਗਰ, ਵਧਾਈ। ਸੋ ਤੁਸੀਂ ਦੇਖਣਾ ਹੈ ਕਿ ਇਹਨਾਂ ਦੇ ਵਿੱਚੋਂ ਜਿਹੜਾ ਪਹਿਲਾ ਅੱਖਰ ਜਿਸ ਦੇ ਨਾਲ ਸ਼ਬਦ ਸ਼ੁਰੂ ਹੋ ਰਿਹਾ ਹੈ, ਪਹਿਲਾ ਸ਼ਬਦ ਰਾਜ ਮਹਿਲ ਹੈ, ਕਿਹੜੇ ਅੱਖਰ ਨਾਲ ਸ਼ੁਰੂ ਹੋ ਰਿਹਾ ਹੈ, ਰਾਰੇ ਨਾਲ। ਦੂਜਾ ਅੱਖਰ ਬਾਜੀਗਰ ਹੈ, ਕਿਹੜੇ ਅੱਖਰ ਨਾਲ ਸ਼ੁਰੂ ਹੋ ਰਿਹਾ ਹੈ, ਬੱਬੇ ਨਾਲ। ਤੀਜਾ ਸ਼ਬਦ ਹੈ ਵਧਾਈ, ਕਿਹੜੇ ਅੱਖਰ ਨਾਲ ਸ਼ੁਰੂ ਹੋ ਰਿਹਾ ਹੈ, ਵਾਵੇ ਨਾਲ। ਹੁਣ ਜਿਹੜੇ ਮੈਂ ਅੱਖਰ ਬੋਲੇ ਹਨ, ਰਾਰਾ, ਬੱਬਾ, ਵਾਵਾ, ਤੁਸੀਂ ਊੜੇ ਤੋਂ ਲੈ ਕੇ ਰਾੜੇ ਤੱਕ 35 ਅੱਖਰੀ ਦੇ ਵਿੱਚ ਇਹਨਾਂ ਅੱਖਰਾਂ ਨੂੰ ਦੇਖਣਾ ਹੈ ਕਿ ਇਹਨਾਂ ਦੇ ਵਿੱਚ ਪਹਿਲਾ ਅੱਖਰ ਕਿਹੜਾ ਆਉਂਦਾ ਹੈ। ਸੋ ਬੱਚਿਓ, ਪਹਿਲਾ ਅੱਖਰ ਆਵੇਗਾ ਬੱਬਾ, ਪੱਪਾ, ਫੱਫਾ, ਬੱਬਾ। ਬੱਬਾ ਪਹਿਲਾਂ ਆਵੇਗਾ, ਰਾਰਾ ਅਤੇ ਵਾਵਾ ਉਹ ਆਰਡਰ ਦੇ ਵਿੱਚ ਬਾਅਦ 'ਚੋਂ ਆਉਣਗੇ। ਸੋ ਪਹਿਲਾ ਸ਼ਬਦ ਇਹਨਾਂ ਵਿੱਚੋਂ ਆਵੇਗਾ ਬਾਜੀਗਰ। ਆਪਾਂ ਬੱਬੇ ਨੂੰ ਲੱਗੀ ਮਾਤਰਾ ਨਹੀਂ ਦੇਖਣੀ ਇੱਥੇ, ਕਿਉਂਕਿ ਆਪਣਾ ਹੱਲ ਜੋ ਇਸ ਕੁਐਸਚਨ ਦਾ ਹੱਲ ਹੈ ਉਹ ਪਹਿਲੇ ਅੱਖਰ ਨਾਲ ਹੀ ਹੋ ਜਾਵੇਗਾ। ਇੱਥੇ ਆਪਾਂ ਮਾਤਰਾ ਨਹੀਂ ਕੰਸੀਡਰ ਕਰਨੀ। ਮਾਤਰਾ ਉਦੋਂ ਕੰਸੀਡਰ ਕਰਨੀ ਹੈ ਜਦੋਂ ਅੱਖਰ ਸੇਮ ਹੋਣ। ਠੀਕ ਹੈ ਬੱਚਿਓ। ਸੋ ਪਹਿਲਾਂ ਬਾਜੀਗਰ ਸ਼ਬਦ ਆਵੇਗਾ। ਦੂਜੇ ਨੰਬਰ 'ਤੇ ਆਵੇਗਾ ਸ਼ਬਦ ਰਾਜ ਮਹਿਲ। ਰਾਰਾ ਔਰ ਵਾਵਾ ਲਾਸਟ ਵਾਲੀ ਅੰਤਿਮ ਵਰਗ ਦੇ ਵਿੱਚ ਜਈਆ, ਰਾਰਾ, ਲੱਲਾ, ਵਾਵਾ ਇੱਥੇ ਆਉਂਦੇ ਹਨ। ਸੋ ਰਾਰਾ ਪਹਿਲਾਂ ਆਵੇਗਾ, ਰਾਜ ਮਹਿਲ ਸ਼ਬਦ ਭਾਵ ਦੂਜੇ ਨੰਬਰ 'ਤੇ ਆ ਜਾਵੇਗਾ ਅਤੇ ਤੀਜੇ ਨੰਬਰ 'ਤੇ ਆਵੇਗਾ ਵਧਾਈ ਸ਼ਬਦ। ਸੋ ਬੱਚਿਓ, ਇਹਨਾਂ ਦਾ ਆਰਡਰ ਹੈ ਸਭ ਤੋਂ ਪਹਿਲਾਂ ਬਾਜੀਗਰ ਸ਼ਬਦ, ਉਸ ਤੋਂ ਬਾਅਦ ਰਾਜ ਮਹਿਲ ਸ਼ਬਦ, ਉਸ ਤੋਂ ਬਾਅਦ ਵਧਾਈ ਸ਼ਬਦ। ਇਸ ਤਰ੍ਹਾਂ ਬੱਚਿਓ ਤੁਹਾਨੂੰ ਕੁਝ ਐਕਸਰਸਾਈਜ਼ ਜੋ ਹਨ ਇਸ ਵੀਡੀਓ ਦੇ ਨਾਲ PDF ਭੇਜ ਦਿੱਤੀਆਂ ਜਾਣਗੀਆਂ। ਸੋ ਉਹਨਾਂ ਨੂੰ ਤੁਸੀਂ ਹੱਲ ਕਰਕੇ ਦੇਖਣਾ ਹੈ, ਰਿਵੀਜ਼ਨ ਕਰਨੀ ਹੈ, ਪ੍ਰੈਕਟਿਸ ਕਰਨੀ ਹੈ, ਤਾਂ ਜੋ ਤੁਹਾਡੀ ਇਹਨਾਂ ਕੁਐਸਚਨਾਂ ਦੇ ਵਿੱਚ ਕੋਈ ਗਲਤੀ ਨਾ ਹੋ ਸਕੇ। ਧੰਨਵਾਦ।